कहते हैं अगर इंसान की सोच अच्छी हो और वह काम को लगन के साथ करे तो वह एक ना एक दिन मंजिल को पा ही लेता है। ऐसा ही है जलंधर का ग्रेजुएट चाय वाला बलदेव। बता दे कि पिछले 10 सालों से IELTS और इंग्लिश स्पोकन की क्लासेस ले रहा है और बहुत सारे बच्चों का भविष्य संवार चुका है, लेकिन इसके बावजूद भी पिछले कुछ महीनों से एक चाय का स्टॉल लगा रहा है। उनका मानना है कि ऑफिस में तो सिर्फ सूट बूट वाले लोग ही आएंगे, लेकिन इस चाय के स्टॉल पर हर एक व्यक्ति मिलेगा जिसको कोचिंग की जरूरत होगी और ऐसे बच्चों को मैं मुफ्त में पढ़ाऊंगा। हाँ जी, की नाम की ਤੁਹਾਡਾ? सर मेरा नाम बलदेव सिंह है। बलदेव जी की काम करके ਕਰਦੇ? सर बेसिकली मैं एक कंपनी का फाउंडर है तो मेरी कंपनी ਨੂੰ ਚੱਲਦੇ ਹੋਏ तकरीबन 10 साल हो चुके हैं तो ਅਸੀਂ बहुत ही ਵਧੀਆ ਵੇ ਦੇ ਨਾਲ ਆਪਣੀ ਕੰਪਨੀ ਨੂੰ ਰਨ ਕਰ ਰਹੇ ਹਾਂ। ਸਾਡੀ ਪੂਰੀ ਟੀਮ ਹੈ और ਅਸੀਂ ਬੇਸਿਕਲੀ ਪਲੇਸਮੈਂਟ ਵੀ ਕਰਵਾਉਂਦੇ ਹਾਂ, ਪ੍ਰੋਫੈਸ਼ਨਲ ਪਲੇਸਮੈਂਟ ਜਿੱਦਾਂ ਪੰਜਾਬ ਵਿੱਚ ਆਊਟ ਆਫ ਪੰਜਾਬ ਸਾਰੇ ਪਾਸੇ ਅਸੀਂ ਪਲੇਸਮੈਂਟ ਵੀ ਕਰਵਾਉਂਦੇ ਹਾਂ। ਨਾਲ ਦੀ ਨਾਲ ਅਸੀਂ ਇੱਕ ਅਦਰ ਵੀ ਕੈਂਪੇਨ ਹੈ, ਅਸੀਂ ਐਜੂਕੇਸ਼ਨ ਵੀ ਪ੍ਰੋਵਾਈਡ ਕਰੀ ਦੀ ਹੈ। IELTS ਔਰ ਸਪੋਕਨ ਦੀ ਅਸੀਂ ਕੋਚਿੰਗ ਵੀ ਦਿੰਦੇ ਹਾਂ। ਕੋਚਿੰਗ ਦਾ ਕੰਮ ਕਰਦੇ ਸੀ 10 ਸਾਲ ਤੁਹਾਨੂੰ ਲਗਭਗ ਹੋ ਗਏ ਸੀ ਕੰਮ ਕਰਦੇ। ਫਿਰ ਖਿਆਲ ਕੀ ਆ ਗਿਆ ਕਿ ਮੈਂ ਇੱਕ ਰੋਡ ਤੇ ਇੱਕ ਛੋਟੇ ਜਿਹੇ ਕਰਕੇ ਸਟਾਲ ਲਗਾਉਣਾ ਚਾਹਦਾ? ਦੇਖੋ ਸਰ, ਇਹ ਆਪਾਂ ਕਹਿ ਸਕਦੇ ਹਾਂ ਕਿ ਇੱਕ ਲਾਈਫ ਦਾ ਇੱਕ ਬਹੁਤ ਇੱਕ ਟਰਨਿੰਗ ਪੁਆਇੰਟ ਸੀਗਾ ਜੋ ਮੇਰੀ ਲਾਈਫ ਦਾ, ਕਿਉਂਕਿ ਕੰਮ ਦੇ ਦੌਰਾਨ ਜਿੰਨੇ ਟਾਈਮ ਤੋਂ ਅਸੀਂ ਆਪਣੇ ਬਿਜ਼ਨਸ ਦੇ ਵਿੱਚ ਇਨਵੋਲਵ ਹਾਂ ਔਰ ਅਸੀਂ ਜਿੰਨੇ ਟਾਈਮ ਤੋਂ ਅਸੀਂ ਕੰਮ ਕਰ ਰਹੇ ਹਾਂ, ਅਸੀਂ ਡੇਲੀ ਬੇਸਿਸ ਸਾਡੀ ਕਈ ਵਾਰੀ ਮੀਟਿੰਗਸ ਹੁੰਦੀਆਂ, ਪੇਰੈਂਟਸ ਨਾਲ ਮੀਟਿੰਗਸ ਹੁੰਦੀਆਂ ਆ ਜਾਂ ਫਿਰ ਸਾਡੀ ਮੀਟਿੰਗ ਜਿਹੜੀ ਆ ਉਹ ਬੱਚਿਆਂ ਦੇ ਨਾਲ ਹੁੰਦੀ ਆ। ਤੇ ਅਸੀਂ ਆਪਣੇ ਇਸ ਕੰਮ ਦੇ ਦੌਰਾਨ ਬਹੁਤ ਵਾਰੀ ਇਹ ਓਬਜ਼ਰਵ ਕੀਤਾ ਕਿ ਜਿੰਨੇ ਵੀ ਬੱਚੇ ਲਾਈਫ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਆ, ਸੋ ਉਹਨਾਂ ਦੀ ਜਿਹੜੇ ਸਕਿੱਲਸ ਆ, ਉਹਨਾਂ ਦੀ ਜਿਹੜੀ ਐਜੂਕੇਸ਼ਨ ਆ ਜਾਂ ਉਹਨਾਂ ਦੇ ਵਿੱਚ ਜਿਹੜੀ ਕਪੈਸਿਟੀ ਆ ਉਹ ਬਹੁਤ ਅਹਿਮ ਰੋਲ ਕਰਦੀ ਆ ਅਦਾ। ਸੋ ਅਸੀਂ ਇਹ ਓਬਜ਼ਰਵ ਕੀਤਾ ਬਹੁਤ ਵਾਰ ਕਿ ਜਦੋਂ ਵੀ ਸਾਡੇ ਕੋਲ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਜਾਂ ਬੱਚੇ ਆਪ ਆਉਂਦੇ ਆ ਤਾਂ ਐਜੂਕੇਸ਼ਨ ਦੇ ਵਿੱਚ ਚੰਗੀ ਉਹਨਾਂ ਨੂੰ ਸਕਿਲੇਬਿਲਿਟੀ ਜਾਂ ਚੰਗੇ ਗੁਣ ਜਾਂ ਚੰਗੀ ਰਿਪਰੈਜ਼ੈਂਟੇਸ਼ਨ ਕਿੱਦਾਂ ਉਹਨਾਂ ਨੇ ਦੇਣੀ ਹੈ, ਇਹ ਗਾਈਡਲਾਈਨ ਨਾ ਮਿਲਣ ਕਰਕੇ ਉਹ ਬੱਚੇ ਬਹੁਤ ਸਟਰਗਲ ਕਰ ਰਹੇ ਆ। ਔਰ ਅਸੀਂ ਮਨ ਦੇ ਵਿੱਚ ਸੋਚਿਆ ਕਿ ਜੇ ਇਹ ਬੱਚੇ ਇੰਨੀ ਕੁਆਂਟੀਟੀ ਦੇ ਵਿੱਚ ਆ ਤਾਂ ਬਾਹਰ ਫੀਲਡ ਵਿੱਚ ਜਾਂ ਬਾਹਰ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਵਿੱਚ ਇਹਨਾਂ ਦੇ ਕਿੰਨੇ ਬੱਚੇ ਹੋਣਗੇ, ਈਵਨ ਕਿ ਪੂਰੀ ਕੰਟਰੀ ਦੇ ਵਿੱਚ ਜਿਹੜੇ ਬੱਚੇ ਐਜੂਕੇਸ਼ਨ ਨਾ ਮਿਲਣ ਕਰਕੇ ਉਹ ਕਿੰਨਾ ਸਟਰਗਲ ਕਰ ਰਹੇ ਆ। ਡੇਲੀ ਬੇਸਿਸ ਆਪਾਂ ਨਿਊਜ਼ਪੇਪਰ ਵਿੱਚ ਜਾਂ ਨਿਊਜ਼ ਦੇ ਵਿੱਚ ਆਪਾਂ ਸੁਣਦੇ ਆ ਕਿ ਬਹੁਤ ਬੱਚੇ ਉਹ ਬਾਲ ਮਜ਼ਦੂਰੀ ਕਰਦੇ ਆ। ਦੇਖੋ ਮੈਂ ਇੱਥੇ ਇੱਕ ਤੱਥ ਜ਼ਰੂਰ ਰੱਖਣਾ ਚਾਹਾਂਗਾ, ਬਾਲ ਮਜ਼ਦੂਰੀ ਕੀ ਆ? ਜਿਹੜਾ ਬੱਚਾ 18 ਸਾਲ ਤੋਂ ਘੱਟ ਉਮਰ ਦੇ ਵਿੱਚ ਕੰਮ ਕਰਦਾ ਆ ਉਹਨੂੰ ਆਪਾਂ ਕਹਿੰਦੇ ਆ ਕਿ ਉਹ ਬਾਲ ਮਜ਼ਦੂਰੀ ਆ। ਤੇ ਸਾਡੀ ਇੰਡੀਆ ਦੇ ਵਿੱਚ ਉਹ ਕੀ ਆ? ਉਹ ਬੈਨ ਹੈ, ਉਹ ਇਲੀਗਲ ਹੈ। ਉਹ ਕਹਿੰਦੇ ਕਿ ਜੇ ਕੋਈ ਕਿਸੇ ਤੋਂ ਬਾਲ ਮਜ਼ਦੂਰੀ ਕਰਦਾ ਤਾਂ ਉਹ ਨਹੀਂ ਕਰ ਸਕਦਾ। ਪਰ ਜੇ ਇਹ ਬਾਲ ਮਜ਼ਦੂਰੀ ਆ ਤਾਂ ਫਿਰ ਮੂਵੀਜ਼ ਵਿੱਚ, ਸੀਰੀਅਲ ਦੇ ਵਿੱਚ, ਚੈਨਲਸ ਦੇ ਉੱਤੇ ਐਡ ਦੇ ਵਿੱਚ ਬੱਚੇ ਛੋਟੇ ਛੋਟੇ ਕੰਮ ਕਰਦੇ, ਜਿੰਨੇ ਵੀ ਕਾਰਟੂਨ ਨੈਟਵਰਕ ਜਾਂ ਕਾਰਟੂਨ ਨੈਟਵਰਕ ਦੇ ਉੱਤੇ ਜਾਂ ਕਾਰਟੂਨ ਜਿਹੜੇ ਸ਼ੋਜ਼ ਆ ਉਹਦੇ ਵਿੱਚ ਬੱਚੇ ਕੰਮ ਕਰਦੇ। ਉਹਦੇ ਵਿੱਚ ਮੋਰ ਓਵਰ ਜਿਹੜੀ ਵੌਇਸ ਉਹਨਾਂ ਨੇ ਡਬਿੰਗ ਕੀਤੀ ਹੁੰਦੀ ਆ ਉਹ ਵੀ ਤਾਂ ਬੱਚੇ ਆ। ਔਰ ਸਬ TV ਦੇ ਉੱਤੇ ਇੱਕ ਚੈਨਲ ਵੀ ਹੁੰਦਾ ਆ ਤਾਰਿਕ ਮਹਿਤਾ ਦਾ ਉਲਟਾ ਚਸ਼ਮਾ, ਉਹਦੇ ਵਿੱਚ ਬੱਚਿਆਂ ਦੀ ਪੂਰੀ ਟੀਮ ਹੈ ਤੇ ਉਹ ਵੀ ਤਾਂ ਬਾਲ ਮਜ਼ਦੂਰੀ ਹੈ। ਨਾ ਤਾਂ ਬੱਚੇ 18 ਸਾਲ ਤੋਂ ਪਲੱਸ ਆ, ਨਾ ਹੀ ਉਹਨਾਂ ਦੀ ਏਜ ਮਤਲਬ ਓਬਵੀਅਸਲੀ ਘੱਟ ਹੀ ਹੈ, ਉਹ ਸਾਨੂੰ ਦਿਖਦਾ ਆ। ਤੇ ਮੂਵੀਜ਼ ਵਿੱਚ ਵੀ ਤੁਸੀਂ ਬਲਦੇਵ ਜੀ ਇੱਕ ਆਈਡੀਆ ਕਿੱਥੋਂ ਆਇਆ? ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ, ਤੁਸੀਂ ਸੋਸ਼ਲ ਮੀਡੀਆ ਨੂੰ ਵੀ ਇੱਕ ਹਥਿਆਰ ਬਣਾ ਕੇ ਇਸਤੇਮਾਲ ਕਰ ਸਕਦੇ ਸੀ, ਪਰ ਇੱਕ ਵੱਖਰਾ ਆਈਡੀਆ ਕਹਿ ਸਕਦੇ ਕਿਹਨੂੰ ਆਇਆ ਤੁਹਾਡੇ ਦਿਮਾਗ 'ਚ ਕਿ ਮੈਂ ਲੋਕਾਂ ਨੂੰ ਮਿਲਣਾ, ਤੁਸੀਂ ਇਹੀ ਜ਼ਰੀਆ ਕਿਉਂ ਅਪਣਾਇਆ? ਦੇਖੋ ਸਰ, ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ, ਜੇ ਤੁਸੀਂ ਇੱਕ ਬੁਰੇ ਇਨਸਾਨ ਨੂੰ ਚੰਗਾ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਚੰਗੇ ਇਨਸਾਨਾਂ ਦੇ ਵਿੱਚ ਬੈਠ ਕੇ ਬੁਰੇ ਇਨਸਾਨ ਨੂੰ ਚੰਗਾ ਨਹੀਂ ਬਣਾ ਸਕਦੇ। ਪਹਿਲਾਂ ਤੁਹਾਨੂੰ ਚੰਗਿਆਂ ਬੰਦਿਆਂ ਤੋਂ ਤੁਹਾਨੂੰ ਮਾੜਿਆਂ ਬੰਦਿਆਂ ਦੇ ਵਿੱਚ ਉਤਰਨਾ ਪਏਗਾ, ਮਾੜੇ ਲੋਕਾਂ ਵਿੱਚ ਉਤਰਨਾ ਪਏਗਾ। ਇਸੇ ਤਰ੍ਹਾਂ ਦੇ ਨਾਲ ਜੇ ਤੁਸੀਂ ਦੁਨੀਆ ਨੂੰ, ਸੁਸਾਇਟੀ ਨੂੰ, ਆਪਣੇ ਦੇਸ਼ ਨੂੰ ਜਾਂ ਆਪਣੀ ਕਮਿਊਨਿਟੀ ਨੂੰ ਚੇਂਜ ਕਰਨਾ ਚਾਹੁੰਦੇ ਜਾਂ ਉਹਨੂੰ ਬਦਲਣਾ ਚਾਹੁੰਦੇ ਜਾਂ ਉਹਨੂੰ ਉੱਪਰ ਚੁੱਕਣਾ ਚਾਹੁੰਦੇ, ਤੁਹਾਨੂੰ ਉਹਨਾਂ ਵਿੱਚ ਜਾ ਕੇ ਇਨਵੋਲਵ ਹੋਣਾ ਪੈਣਾ ਆ ਜਿੱਥੇ ਤੁਹਾਨੂੰ ਇਦਾਂ ਦੇ ਪਰਸਨ ਮਿਲਦੇ ਆ ਜੋ ਜ਼ਿੰਦਗੀ ਦੇ ਵਿੱਚ ਚੰਗਾ ਕਰਨਾ ਚਾਹੁੰਦੇ ਪਰ ਉਹਨਾਂ ਕੋਲ ਚੰਗੇ ਸੋਰਸ ਨਹੀਂ ਹੈ। ਸੋ ਸਾਨੂੰ ਇਦਾਂ ਲੱਗਦਾ ਆ ਕਿ ਜੇ ਅਸੀਂ ਪਬਲਿਕ ਦੇ ਵਿੱਚ ਆ ਕੇ
ਆਪਾਂ ਪਬਲਿਕਲੀ ਆਪਾਂ ਉਹਨਾਂ ਲੋਕਾਂ ਨਾਲ ਡੀਲ ਕਰੀਏ ਜਿਨ੍ਹਾਂ ਨੂੰ ਐਗਜ਼ੈਕਟਲੀ ਐਜੂਕੇਸ਼ਨ ਦੀ ਤੇ ਸਪੋਰਟ ਦੀ ਲੋੜ ਆ। ਹੁਣ ਸਪੋਰਟ ਇੱਥੇ ਕੋਈ ਪੈਸੇ ਦੀ ਸਪੋਰਟ ਨਹੀਂ ਹੈ, ਸਪੋਰਟ ਐਜੂਕੇਸ਼ਨ ਦੀ। ਸਭ ਤੋਂ ਵੱਡੀ ਸਪੋਰਟ ਹੈ ਐਜੂਕੇਸ਼ਨ, ਸਭ ਤੋਂ ਵੱਡੀ ਸਪੋਰਟ ਹੈ ਸਕਿੱਲ। ਜੇ ਉਹ ਤੁਹਾਡੇ ਕੋਲ ਹੈਗੀ ਆ ਤੇ ਤੁਸੀਂ ਦੂਜੇ ਨੂੰ ਦੇ ਸਕਦੇ ਆ ਤੇ ਇਹ ਬਹੁਤ ਵੱਡੀ ਸਪੋਰਟ ਹੈ। ਇਹ ਸਭ ਤੋਂ ਵੱਡਾ ਸਹਿਯੋਗ ਆ ਜੋ ਸਾਨੂੰ ਦੇਣ ਦੀ ਲੋੜ ਹੈ, ਔਰ ਉਹ ਸਹਿਯੋਗ ਅਸੀਂ ਆਫਿਸ ਵਿੱਚ ਏਸੀ ਦੀ ਛਾਂ ਹੇਠ ਜਾਂ ਫਿਰ ਆਫਿਸ ਦੇ ਵਿੱਚ ਇੱਕ ਬਹੁਤ ਵੱਡੀ ਟੀਮ ਇਕੱਠੀ ਕਰਕੇ, ਜਾਂ ਮੈਂ ਉੱਥੇ ਕਹਾਂ ਕਿ ਮੈਂ ਤਾਂ ਬਹੁਤ ਵੱਡਾ ਫਾਊਂਡਰ ਹਾਂ, ਮੈਂ ਬਾਹਰ ਕਿਉਂ ਨਿਕਲਾਂ, ਤਾਂ ਫਿਰ ਮੈਂ ਦੁਨੀਆ ਨਹੀਂ ਬਦਲ ਸਕਦਾ, ਫਿਰ ਮੈਂ ਸਿਰਫ ਆਪਣੇ ਆਪ ਨੂੰ ਬਦਲ ਸਕਦਾ ਹਾਂ। ਪਰ ਬਲਦੇਵ ਜੀ, ਕਈ ਵਾਰੀ ਤੁਸੀਂ ਪੜ੍ਹੇ ਲਿਖੇ ਵੀ ਨੌਜਵਾਨ ਹੈਗੇ ਹੋ ਤੇ ਇੱਕ ਕਹਿੰਦੇ ਕੰਮ ਸੈੱਟ ਵੀ ਹੁੰਦਾ ਵਾ, ਪਰ ਆਪਣੇ ਸੋਚ ਕੇ ਇਹ ਭਾਰਤ 'ਚ ਇਹ ਵੀ ਹੈਗੇ ਕਿ ਵੈਸੇ ਤਾਂ ਕੋਈ ਕੰਮ ਛੋਟਾ ਹੁੰਦਾ ਨਹੀਂ ਹੈਗਾ, ਦੇਸ਼ਾਂ ਜਾ ਕੇ ਵੀ ਕਰਦੇ ਨੇ ਬੱਚੇ। ਬਿਲਕੁਲ। ਪਰ ਜਦੋਂ ਇੱਥੇ ਗੱਲ ਆਉਂਦੀ ਹੈਗੀ ਹੈ ਤੇ ਉਦੋਂ ਗਲਾਸ ਵੀ ਚੱਕ ਕੇ ਫੜਦੇ ਕਿ ਬੱਚੇ। ਦੇਖੋ ਸਰ, ਹਰ ਇੱਕ ਚੀਜ਼ ਸਾਡੀ ਸੋਚ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਸਾਡੀ ਸੋਚ ਕਿੱਦਾਂ ਦੀ ਆ। ਜੇ ਸਾਡੀ ਸੋਚ ਉੱਚੀ ਆ ਤੇ ਸਾਡੇ ਕੰਮ ਵੀ ਉੱਚੇ ਹੋਣਗੇ, ਸਾਡੇ ਵਿਚਾਰ ਵੀ ਉੱਚੇ ਹੋਣਗੇ। ਤੇ ਜੇ ਸਾਡੀ ਸੋਚ ਹੀ ਛੋਟੀ ਆ, ਫਿਰ ਅਸੀਂ ਸੋਚਾਂਗੇ ਵੀ ਤਾਂ ਆਪਣੇ ਵਾਸਤੇ ਕਿ ਆਪਾਂ ਮਤਲਬੀ ਹੋਵਾਂਗੇ। ਫਿਰ ਮੈਨੂੰ ਸਿਰਫ ਆਪਣੇ ਆਪ ਨਾਲ ਮਤਲਬ ਹੋਊਗਾ ਕਿ ਨਹੀਂ, ਮੈਂ ਹੀ ਉੱਚਾ ਉੱਠਣਾ ਆ, ਔਰ ਮੈਂ ਉੱਚਾ ਤਾਂ ਹੀ ਗਿਣਿਆ ਜਾਊਂਗਾ ਜੇ ਮੇਰੇ ਨਾਲ ਦੇ ਸਾਰੇ ਨੀਵੇਂ ਹੋਣਗੇ। ਤੇ ਜੇ ਮੇਰੇ ਨਾਲ ਦੇ ਸਾਰੇ ਉੱਚੇ ਹੋਣਗੇ ਤਾਂ ਮੈਂ ਉੱਚਾ ਥੋੜੀ ਹੋਵਾਂਗਾ, ਮੈਂ ਤਾਂ ਸਿਮਿਲਰ ਹੋਵਾਂਗਾ। ਸੋ ਮੇਰੇ ਖਿਆਲ ਦੇ ਵਿੱਚ ਜੋ ਅੱਜ ਦੀ ਯੂਥ ਹੈ ਉਹ ਬਾਹਰ ਭੱਜ ਰਹੀ ਹੈ, ਉਹ ਸਿਰਫ ਆਪਣੇ ਆਪ ਨੂੰ ਉੱਚਾ ਕਰਨ ਦੇ ਲਈ, ਉਹ ਆਪਣੇ ਆਪ ਨੂੰ ਪਬਲਿਕਲੀ ਹਾਈ ਲੈਵਲ ਤੇ ਲਿਜਾਣ ਦੇ ਲਈ ਉਹ ਦੌੜ ਵਿੱਚ ਆ। ਸੋ ਇਸ ਦੌੜ ਨੂੰ ਖਤਮ ਕਰਕੇ ਸਾਨੂੰ ਸਾਰਿਆਂ ਦੇ ਲਈ ਇਕੁਅਲ ਸੋਚਣਾ ਚਾਹੀਦਾ ਆ। ਸਾਨੂੰ ਆਪਣੇ ਜਿਹੜੇ ਭੈਣ ਭਰਾ ਆ ਜਾਂ ਆਪਣੀ ਯੂਥ ਆ ਉਹਨਾਂ ਦਾ ਵੀ ਸੋਚਣਾ ਚਾਹੀਦਾ ਆ। ਕ੍ਰਿਮੀਨੈਲਿਟੀ ਇੰਨੀ ਵੱਧ ਗਈ ਆ, ਕਿਉਂ ਵਧੀ ਆ? ਕੋਈ ਬੱਚਾ ਨਹੀਂ ਚਾਹੂਗਾ ਕਿ ਉਹਦੇ ਪਿੱਛੇ ਕੇਸਿਸ ਹੋਣ, ਉਹਦੇ ਪਿੱਛੇ ਪੁਲਿਸ ਹੋਵੇ, ਉਹਦੇ ਪਿੱਛੇ ਲੋਕਾਂ ਦੀਆਂ ਤੁਹਮਤਾਂ ਹੋਣ, ਲੋਕਾਂ ਦੀ ਉਹਨਾਂ ਨੂੰ ਕੋਈ ਨਾ ਕੋਈ ਐਦਾਂ ਦੀ ਜੋ ਉਹਨਾਂ ਨੂੰ ਕਹਿ ਸਕਦੇ ਆਪਾਂ ਕਿ ਨੋਰਮਲੀ ਕੀ ਹੁੰਦਾ ਕਿ ਲੋਕੀ ਜਿੱਦਾਂ ਕਹਿ ਦਿੰਦੇ ਆ ਕਿ ਕੋਈ ਨਾ ਕੋਈ ਕਿਸੇ ਨੂੰ ਫਿਟਕਾਰਦਾ ਆ, ਉਹ ਕਦੇ ਨਹੀਂ ਚਾਹਣਗੇ ਕਿ ਉਹਨੂੰ ਕੋਈ ਫਿਟਕਾਰੇ। ਸੋ ਮੈਨੂੰ ਇਦਾਂ ਲੱਗਦਾ ਆ ਕਿ ਸਾਨੂੰ ਇਹਨਾਂ ਸਾਰਿਆਂ ਦੀ ਸਪੋਰਟ ਬਣਨਾ ਪੈਣਾ ਆ, ਕਿਉਂਕਿ ਬੱਚਿਆਂ ਵਿੱਚ ਬੇਰੁਜ਼ਗਾਰੀ ਆ, ਉਹਨਾਂ ਕੋਲ ਸਕਿੱਲ ਨਹੀਂ ਆ। ਉਹਨਾਂ ਨੂੰ ਲੱਗਦਾ ਆ ਜੇ ਮੈਂ ਬਾਹਰ ਨਹੀਂ ਜਾ ਸਕਦਾ, ਜੇ ਮੈਂ ਇੱਥੇ ਆਪਣੇ ਆਪ ਨੂੰ ਵਧੀਆ ਡਿਵੈਲਪ ਨਹੀਂ ਕਰ ਸਕਦਾ, ਫਿਰ ਉਹ ਕੀ ਕਰਦਾ ਆ, ਜਾਂ ਤਾਂ ਉਹ ਨਸ਼ਾ ਵਿੱਚ ਜਾਂਦਾ ਜਾਂ ਕ੍ਰਿਮੀਨੈਲਿਟੀ ਵਿੱਚ ਜਾਂਦਾ ਆ। ਸੋ ਅਸੀਂ ਇਹਨਾਂ ਨੂੰ ਬਚਾ ਸਕਦੇ ਆ। ਉਹਨਾਂ ਦਾ ਕੋਈ ਫਾਲਟ ਨਹੀਂ ਹੈ, ਉਹਨਾਂ ਕੋਲ ਆਪਸ਼ਨ ਨਹੀਂ ਹੈ, ਪਰ ਕਮੀ ਕਿਸ ਚੀਜ਼ ਦੀ ਆ? ਉਹਨਾਂ ਨੂੰ ਚੰਗੀ ਗਾਈਡਲਾਈਨ ਦੀ, ਚੰਗੀ ਸਪੋਰਟ ਦੀ, ਚੰਗੀ ਐਜੂਕੇਸ਼ਨ ਦੀ, ਤੇ ਪਲੱਸ ਸਾਡੀ ਗਵਰਨਮੈਂਟ ਦੀ ਜੋ ਸਪੋਰਟ ਚਾਹੀਦੀ ਹੈ ਉਹ ਤਾਂ ਬਕਾਇਦਾ ਚਾਹੀਦੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਮੀ ਸਾਡੇ ਆਪਣੇ ਵਿੱਚ ਆ, ਜੋ ਅਸੀਂ ਇੰਨੇ ਸਕਿੱਲਸ ਹੋਣ ਦੇ ਬਾਵਜੂਦ ਵੀ ਆਪਾਂ ਆਪਣੇ ਸਕਿੱਲਸ ਨੂੰ ਹੋਰਾਂ ਦੇ ਵਿੱਚ ਆਪਾਂ ਐਕਸਪਲੋਰ ਨਹੀਂ ਕਰਦੇ। ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਇੱਕ ਟਾਈਮ ਸੀ ਕਿ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਦਾ ਨਾਮ ਜੋ ਜਾਣਿਆ ਜਾਂਦਾ ਸੀਗਾ, ਤੇ ਅੱਜ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਕਹਿੰਦੇ ਇੱਥੇ ਦੇ ਯੂਥ ਜਿਹੜੀ ਨਸ਼ੇੜੀ ਹੈਗੀ ਆ, ਇੱਥੇ ਚਿੱਟਾ ਬਹੁਤ ਵਿਕਦਾ ਹੈਗਾ ਵਾ, ਇੱਥੇ ਜਿਹੜਾ ਕਿ ਗੈਂਗਸਟਰਵਾਦ ਵੱਧਦਾ ਜਾ ਰਿਹਾ, ਜਿਹੜੇ ਗਾਣੇ ਆ ਰਹੇ ਹੈਗੇ ਉਹ ਗੈਂਗਸਟਰਵਾਦ ਨੂੰ ਬੜਾਵਾ ਦਿੰਦੇ ਆ। ਲੱਗਦਾ ਕਿ ਇਹ ਚੀਜ਼ਾਂ ਨੌਜਵਾਨਾਂ ਨੂੰ ਜਿਹੜੀ ਕਿ ਇਫੈਕਟ ਕਰਦੀ ਹੈਗੀ? ਬਿਲਕੁਲ ਇਫੈਕਟ ਕਰਦੀਆਂ ਜੀ। ਦੇਖੋ, ਜਿਸ ਤਰ੍ਹਾਂ ਦਾ ਪਹਿਰਾਵਾ ਉਸ ਤਰ੍ਹਾਂ ਦੀ ਸੋਚ ਹੁੰਦੀ ਆ, ਜਿਸ ਤਰ੍ਹਾਂ ਦਾ ਐਟਮੋਸਫੇਅਰ ਆ ਉਦਾਂ ਦਾ ਸਾਡਾ ਸੁਭਾਅ ਓਬਵੀਅਸਲੀ ਬਣੇਗਾ। ਹੁਣ ਅੱਜ ਕੱਲ੍ਹ ਦੇ ਜੋ ਗਾਣੇ ਆ ਰਹੇ ਆ, ਜੇ ਗੈਂਗਵਾਰ ਨੂੰ ਆਪਾਂ ਮੋਟੀਵੇਟ ਕਰਾਂਗੇ, ਹੁਣ ਦੇਖੋ ਬੱਚਿਆਂ ਨੂੰ ਪਹਿਲਾਂ ਬੱਚੇ ਸਕੂਲ ਵਿੱਚ ਜਾਂਦੇ ਸੀ, ਕਾਲਜਸ ਦੇ ਵਿੱਚ ਜਾਂਦੇ ਸੀ, ਤੇ ਉਹਨਾਂ ਨੂੰ ਇਦਾਂ ਲੱਗਦਾ ਸੀਗਾ ਕਿ ਉੱਥੇ ਆਪਾਂ ਪੜ੍ਹਾਈ ਲਈ ਜਾਂਦੇ ਆ, ਆਪਾਂ ਐਜੂਕੇਸ਼ਨ ਲੈਣ ਦੇ ਲਈ ਜਾਂਦੇ ਆ, ਆਪਾਂ ਆਪਣਾ ਕੈਰੀਅਰ ਗਰੋ ਅਪ ਕਰਨ ਲਈ ਜਾਂਦੇ। ਪਰ ਅੱਜ ਕੱਲ੍ਹ ਜੋ ਕਾਲਜਸ ਦੇ ਵਿੱਚ ਜਾਣਾ ਆ ਉਹ ਇਦਾਂ ਲੱਗਦਾ ਜੋ ਗਾਣਿਆਂ ਦੇ ਵਿੱਚ ਪ੍ਰਮੋਟ ਕੀਤਾ ਜਾਂਦਾ, ਗਾਣਿਆਂ ਦੇ ਵਿੱਚ ਕਪਲਸ ਜਿਹੜੇ ਆ ਉਹ ਡਾਂਸ ਕਰ ਰਹੇ ਆ, ਉਹ ਪ੍ਰਮੋਟ ਕਰ ਰਹੇ ਆ, ਉਹ ਆਪਣੇ ਆਪ ਨੂੰ ਕਿ ਲੜਕਾ ਹੈ ਜਿਹੜਾ ਆ ਉਹ ਲੜਕੀ ਦੇ ਲਈ ਫਾਈਟ ਕਰ ਰਿਹਾ ਆ, ਉਹ ਫਿਰ ਹਥਿਆਰ ਚੁੱਕਦਾ ਆ। ਉਹੀ ਜਿਹੜੀਆਂ ਚੀਜ਼ਾਂ ਆ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਫੋਲੋ ਕਰ ਰਹੀ ਆ। ਸਾਨੂੰ ਇਹਨਾਂ ਚੀਜ਼ਾਂ, ਵਧੀਆ ਗੱਲ ਹੈ ਕਿ ਸਾਡੀ ਗਵਰਨਮੈਂਟ ਨੇ, ਪੰਜਾਬ ਗਵਰਨਮੈਂਟ ਨੇ ਇਹਦੇ ਉੱਤੇ ਹੁਣ ਰੋਕ ਲਗਾਈ ਹੈ, ਜਿਹਨੂੰ ਬੈਨ ਕੀਤਾ ਕਿ ਹੁਣ ਆਪਾਂ ਗਾਣਿਆਂ ਦੇ ਵਿੱਚ ਹਥਿਆਰਾਂ ਨੂੰ ਯੂਜ਼ ਨਹੀਂ ਕਰ ਸਕਦੇ। ਸਰ, ਕੀ ਇਕੱਲੇ ਇਹੀ ਹਥਿਆਰ ਸਾਡੇ ਲਈ ਖਤਰਨਾਕ ਆ? ਤੇ ਜਿਹੜੀ ਉਹਦੇ ਵਿੱਚ ਇਸ ਤੋਂ ਇਲਾਵਾ ਹੋਰ ਐਕਟੀਵਿਟੀਜ਼ ਹੁੰਦੀ ਆ ਉਹ ਤਾਂ ਹਥਿਆਰਾਂ ਨਾਲੋਂ ਵੀ ਖਤਰਨਾਕ ਆ। ਜੋ ਇੰਨਾ ਕੁਝ ਦਿਖਾਇਆ ਜਾਂਦਾ ਗਾਣਿਆਂ ਦੇ ਵਿੱਚ, ਉਹਨਾਂ ਦੇ ਵਿੱਚ ਹਰੇਕ ਗਾਣੇ ਦੇ ਵਿੱਚ ਤੁਹਾਨੂੰ ਲੜਕੀ ਦੀ ਸਟੋਰੀ ਮਿਲੇਗੀ, ਕੋਈ ਮੋਟੀਵੇਸ਼ਨਲ ਸਟੋਰੀ ਨਹੀਂ ਹੁੰਦੀ, ਕੋਈ ਇਹ ਸਟੋਰੀ ਨਹੀਂ ਹੁੰਦੀ ਆ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਉੱਚਾ ਕਰ ਸਕਦੇ ਹਾਂ, ਅਸੀਂ ਸੁਸਾਇਟੀ ਦੇ ਲਈ ਇੱਕ ਨਵੀਂ ਸੋਚ ਕਿੱਦਾਂ ਬਣ ਸਕਦੀ ਹੈ, ਕਦੀ ਨਹੀਂ ਦਿਖਾਇਆ ਜਾਂਦਾ। ਕਿਉਂਕਿ ਉਹਨਾਂ ਨੂੰ ਲੱਗਦਾ ਸਾਨੂੰ ਜੋ ਪਬਲਿਸਿਟੀ ਮਿਲਣੀ
ਮਿਲਣੀ ਆ ਉਹ ਗਾਣਿਆਂ ਦੇ ਵਿੱਚ ਸਾਨੂੰ ਜੋ ਇਦਾਂ ਦੀਆਂ ਚੀਜ਼ਾਂ ਦਿਖਾਉਣ ਨਾਲ ਮਿਲਣੀ ਆ ਜੋ ਯੂਥ ਦੀ ਡਿਮਾਂਡ ਆ। ਪਰ ਯੂਥ ਦੀ ਡਿਮਾਂਡ ਅਸੀਂ ਟੇਸਟ ਨੂੰ ਦੇਖਦੇ ਆ, ਪਰ ਐਗਜ਼ੈਕਟਲੀ ਉਹਨਾਂ ਨੂੰ ਚਾਹੀਦਾ ਅਸੀਂ ਉਹ ਨਹੀਂ ਦੇਖਦੇ। ਸਾਨੂੰ ਚਾਹੀਦਾ ਕਿ ਉਹਨਾਂ ਨੂੰ ਮੋਟੀਵੇਸ਼ਨਲ ਇੱਕ ਪਲੇਟਫਾਰਮ ਦੇਣਾ ਚਾਹੀਦਾ। ਸੋ ਗਾਣਿਆਂ ਦੇ ਵਿੱਚ ਇਹ ਚੀਜ਼ਾਂ ਨੂੰ ਪ੍ਰਮੋਟ ਕਰਨ ਦੀ ਬਜਾਏ, ਠੀਕ ਹੈ ਚਲੋ ਸਿੱਧੂ ਮੂਸੇਵਾਲਾ ਬਹੁਤ ਵੱਡੀ ਐਗਜ਼ਾਮਪਲ ਆ ਸਾਡੇ ਪੰਜਾਬ ਦੇ ਲਈ, ਉਹਨਾਂ ਨੇ ਪੰਜਾਬ ਦਿਲ ਦਾ ਤੇ ਪੂਰੇ ਇੰਡੀਆ ਦਾ ਨਾਮ ਵਿਦੇਸ਼ਾਂ ਵਿੱਚ ਰੌਸ਼ਨ ਕੀਤਾ। ਅਸੀਂ ਉਸ ਚੀਜ਼ ਨੂੰ ਹੈਟਸ ਆਫ ਕਰਦੇ ਹਾਂ, ਸਲੂਟ ਕਰਦੇ, ਬਹੁਤ ਵਧੀਆ। ਸੋ ਲੇਕਿਨ ਸਾਨੂੰ ਤਾਂ ਸਿੱਖਣਾ ਚਾਹੀਦਾ ਆ ਕਿ ਅਸੀਂ ਵੀ ਆਪਣੇ ਆਪ ਨੂੰ ਉੱਚਾ ਚੁੱਕਣਾ ਆ, ਪਰ ਇਹ ਨਹੀਂ ਕਿ ਅਸੀਂ ਉਹਨੂੰ ਉੱਚਾ ਚੁੱਕਣ ਦੇ ਲਈ ਪਹਿਲਾਂ ਆਪਣੇ ਆਤਮਾ ਨੂੰ ਆਪਾਂ ਨੀਵਾਂ ਕਰ ਦਈਏ। ਆਪਣੀ ਸੋਚ ਤੇ ਆਪਣੇ ਜਿਹੜੇ ਆ ਜ਼ਿੰਦਗੀ ਦੇ ਜੋ ਤੁਹਾਡੇ ਅਸੂਲ ਆ ਉਹਨੂੰ ਉੱਚਾ ਰੱਖੋ, ਆਟੋਮੈਟਿਕਲੀ ਤੁਸੀਂ ਦੂਜਿਆਂ ਦੀ ਇਨਸਪਾਇਰੇਸ਼ਨ ਦਾ ਰੀਜ਼ਨ ਜ਼ਰੂਰ ਬਣੋਗੇ, ਕਾਰਨ ਬਣੋਗੇ। ਬਲਦੇਵ ਜੀ, ਮੈਂ ਸਮਝਦਾ ਕਿ ਬੰਦੇ ਦੀ ਸੋਚ ਚੰਗੀ ਹੋਵੇ ਤੇ ਕਾਮਯਾਬੀ ਦੇ ਰਾਹ ਵੀ ਖੁਦ ਬ ਖੁਦ ਖੁੱਲ੍ਹਦੇ ਰਹਿੰਦੇ ਜੀ ਬਿਲਕੁਲ। ਤੇ ਤੁਹਾਡੇ ਲਈ ਜਿਹੜੀ ਯੰਗ ਜਨਰੇਸ਼ਨ ਹੈਗੀ ਹੈ, ਆਪਾਂ ਗੱਲ ਕੀਤੀ ਕਿ ਵਿਦੇਸ਼ਾਂ ਦਾ ਬਹੁਤ ਰੁਖ ਕਰਦੇ ਨੇ, ਉਹਨਾਂ ਲਈ ਕੀ ਮੈਸੇਜ ਹੈ? ਕਿਉਂਕਿ ਉਹ ਸਮਝਦੇ ਕਿ ਇੱਥੇ ਕੰਮਕਾਰ ਹੀ ਨਹੀਂ ਹੈਗਾ, ਜਾਂ ਫਿਰ ਇੱਕ ਅੱਧੀ ਨੌਕਰੀ ਟਰਾਈ ਕਰਦੇ ਹੋ ਤਾਂ ਬਾਅਦ ਕਹਿੰਦੇ ਯਾਰ ਸਾਡਾ ਨਹੀਂ ਇੱਥੇ ਕੁਝ ਬਣਨਾ, ਅਸੀਂ ਤਾਂ ਬਾਹਰ ਚੱਲਦੇ। ਤੇ ਮਾਪੇ ਜਿਹੜੇ ਕਿ ਕਿੱਲਾ ਵੇਚ ਕੇ ਕਈ ਇੱਦਾਂ ਦੇ ਹੁੰਦੇ, ਬਹੁਤ ਮਿਹਨਤ ਮੁਸ਼ੱਕਤ ਕੀਤੀ ਦੀ ਸਾਰੀ ਉਮਰ ਤੇ ਇੱਕ ਪਲ ਵਿੱਚ ਸਾਰੇ ਪੈਸੇ ਲਗਾ ਕੇ ਆਪਣੇ ਮੁੰਡੇ ਨੂੰ ਕੁੜੀ ਨੂੰ ਬਾਹਰ ਭੇਜ ਦਿੰਦੇ। ਦੇਖੋ ਸਰ, ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਇਦਾਂ ਲੱਗਦਾ ਹੈ ਕਿ ਸਾਡੇ ਇੰਡੀਆ ਦੇ ਵਿੱਚ ਕੁਝ ਹੈ ਨਹੀਂ ਹੈ, ਪਰ ਇਹ ਸਾਡੀ ਸੋਚ ਹੀ ਸਭ ਤੋਂ ਵੱਡਾ ਆਪਾਂ ਗੁਣ ਕਹਿ ਸਕਦੇ ਹਾਂ, ਜੋ ਜਿਹਦੇ ਕਰਕੇ ਅੱਜ ਸਾਡੇ ਨੌਜਵਾਨ ਜੋ ਭਰਾ ਆ ਉਹ ਬਾਹਰ ਭੱਜ ਰਹੇ ਆ। ਪਰ ਸੋਚਣ ਵਾਲੀ ਗੱਲ ਇਹ ਆ ਕਿ ਅਸੀਂ ਬਾਹਰ ਜਾ ਰਹੇ ਆ ਤੇ ਅਸੀਂ ਸੋਚਦੇ ਹਾਂ ਸਾਡੇ ਇੰਡੀਆ ਦੇ ਵਿੱਚ ਕੁਝ ਹੈ ਨਹੀਂ ਹੈ, ਪਰ ਇਦਾਂ ਦੀ ਕਿਹੜੀ ਚੀਜ਼ ਆ ਜਿਸ ਚੀਜ਼ ਦੀ ਕਮੀ ਆ? ਐਜੂਕੇਸ਼ਨ ਦੇ ਸੋਰਸ ਪ੍ਰੋਪਰ ਹੈਗੇ ਆ, ਸੋ ਬਿਜ਼ਨਸ ਦੇ ਵੀ ਪ੍ਰੋਪਰ ਸੋਰਸ ਹੈਗੇ ਆ। ਬਹੁਤ ਵੱਡੇ ਬਿਜ਼ਨਸਮੈਨ ਆ ਉਹ ਇੰਡੀਆ ਤੋਂ ਆਪਣੇ ਆਪ ਨੂੰ ਪੂਰੀ ਦੁਨੀਆ ਦੇ ਵਿੱਚ ਪ੍ਰਮੋਟ ਕਰਦੇ ਆ। ਮੈਂ ਕਿਸੇ ਨੂੰ ਟਾਰਗੇਟ ਜਾਂ ਨਾਮ ਲੈ ਕੇ ਕਿਸੇ ਨੂੰ ਮੈਂ ਚੈਨਲ ਨਹੀਂ ਕਰਨਾ ਚਾਹੁੰਦਾ, ਮੈਂ ਸਿਰਫ ਦੱਸਣਾ ਚਾਹੁੰਦਾ ਉਹ ਸਾਰਿਆਂ ਨੂੰ ਪਤਾ ਆ, ਸਾਰੇ ਨਿਊਜ਼ ਦੇਖਦੇ ਆ, ਸਾਰੇ ਨਿਊਜ਼ਪੇਪਰ ਪੜ੍ਹਦੇ ਆ, ਸਾਰਿਆਂ ਨੂੰ ਪ੍ਰੋਪਰ ਵੇ ਦੇ ਨਾਲ ਸੁਰਖੀਆਂ ਦੇ ਵਿੱਚ ਪਤਾ ਲੱਗਦਾ ਕਿ ਕੌਣ ਲੋਕ ਆ ਜੋ ਸਾਡੇ ਸ਼ਹਿਰ ਵਿੱਚ ਇਦਾਂ ਦੀਆਂ ਮਹਾਨ ਹਸਤੀਆਂ ਹੈਗੀਆਂ ਆ ਜਿਨ੍ਹਾਂ ਦੇ ਕੋਲ ਇੰਨਾ ਪੈਸਾ, ਉਹਨਾਂ ਨੂੰ ਇਹ ਨਹੀਂ ਸਮਝ ਲੱਗਦੀ ਕਿ ਆਪਾਂ ਉਹਨੂੰ ਇਨਵੈਸਟ ਕਿੱਥੇ ਕਰੀਏ। ਉਹਨਾਂ ਦੇ ਕੋਲ ਪ੍ਰਾਪਰਟੀਆਂ ਇੰਨੀਆਂ ਜ਼ਿਆਦਾ, ਉਹਨਾਂ ਵਾਸਤੇ ਸਪੈਸ਼ਲੀ ਉਹਨਾਂ ਨੇ ਲੀਗਲ ਐਡਵਾਈਜ਼ਰ ਰੱਖੇ ਹੋਏ ਆ ਜੋ ਉਹਨੂੰ ਸਾਰਾ ਦੇਖਦੇ ਆ, ਮੈਨੇਜ ਕਰਦੇ ਆ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਸਾਡੀ ਪੀੜ੍ਹੀ ਜਿਹੜੀ ਆ, ਨੌਜਵਾਨ ਪੀੜ੍ਹੀ ਜਿਹੜੀ ਆ ਜਾਂ ਯੂਥ ਸਾਡੇ ਆ, ਉਹ ਅਸਲ ਦੇ ਵਿੱਚ ਗਿਵ ਅਪ ਕਰ ਰਹੇ ਆ। ਅਸੀਂ ਐਫਰਟਸ ਨਹੀਂ ਲਾਉਂਦੇ, ਅਸੀਂ ਚਾਹੁੰਦੇ ਆ ਕਿ ਸਾਨੂੰ ਖੁੱਲਾ ਮੈਦਾਨ ਮਿਲੇ, ਅਸੀਂ ਉਹਦੇ ਵਿੱਚ ਭੱਜੀਏ। ਅਸੀਂ ਭੀੜੇ ਮੈਦਾਨ ਦੇ ਵਿੱਚ ਭੱਜਣਾ ਨਹੀਂ ਚਾਹੁੰਦੇ, ਅਸੀਂ ਭੀੜ ਪਿੱਛੇ ਭੱਜਣਾ ਚਾਹੁੰਦੇ, ਅਸੀਂ ਇਕੱਲੇ ਨਹੀਂ ਤੁਰਨਾ ਚਾਹੁੰਦੇ, ਅਸੀਂ ਇਕੱਲੇ ਨਹੀਂ ਜਾਣਾ ਚਾਹੁੰਦੇ, ਕਿਉਂਕਿ ਹਮੇਸ਼ਾ ਭੀੜ ਉਸੇ ਬੰਦੇ ਪਿੱਛੇ ਚੱਲਦੀ ਆ ਜਿਹੜਾ ਇਕੱਲਾ ਤੁਰਿਆ ਆ। ਸੋ ਕਾਫਲੇ ਉਹਦੇ ਪਿੱਛੇ ਚੱਲਦੇ ਜਿਹੜਾ ਭੀੜ ਤੋਂ ਅਲੱਗ ਚੱਲਦਾ ਆ। ਸੋ ਸਾਡੇ ਦੇਸ਼ ਦੇ ਵਿੱਚ ਬਹੁਤ ਆਪਸ਼ਨ ਆ, ਬੜੇ ਲੋਕ ਆ, ਵੱਡੀਆਂ ਬਾਇਓਗ੍ਰਾਫੀਜ਼ ਹੈਗੀਆਂ ਆ। ਤੁਸੀਂ ਬਾਇਓਗ੍ਰਾਫੀ ਮੈਂ ਪੜ੍ਹੀਆਂ ਬਹੁਤ, ਮੈਂ ਵੀ ਦੇਖੋ ਸਟੱਡੀ ਅਸੀਂ ਵੀ ਉਹਨੇ ਅਜੇ ਵੀ ਕਰ ਰਹੇ ਆ, ਅਸੀਂ ਬਹੁਤ ਬਾਇਓਗ੍ਰਾਫੀ ਪੜ੍ਹੀ ਆ। ਮੈਂ ਬਹੁਤ ਇਦਾਂ ਦੇ ਪਰਸਨ ਦੇਖਿਆ ਜਿਨ੍ਹਾਂ ਨੇ ਜ਼ੀਰੋ ਲੈਵਲ ਤੋਂ ਆਪਣੇ ਆਪ ਨੂੰ ਹਾਈ ਲੈਵਲ ਤੱਕ ਲੈ ਕੇ ਆਂਦਾ। ਉਹਨਾਂ ਨੇ ਵੀ ਤਾਂ ਲੈ ਕੇ ਆਂਦਾ ਹੀ ਆ, ਉਹਨਾਂ ਨੇ ਵੀ ਤਾਂ ਆਪਣੇ ਆਪ ਨੂੰ ਉਸ ਲੈਵਲ ਤੇ ਪਹੁੰਚਾਇਆ ਆ। ਉਹਨਾਂ ਨੇ ਕਿੱਦਾਂ ਪਹੁੰਚਾਇਆ? ਸਾਡੇ ਬੱਚੇ ਗਿਵ ਅਪ ਕਰ ਰਹੇ, ਉਹਨਾਂ ਨੂੰ ਲੱਗਦਾ ਕਿ ਨਹੀਂ ਬਾਹਰ ਜ਼ਿਆਦਾ ਹੈ ਸਪੋਰਟ ਆ ਜਾਂ ਬਾਹਰ ਜ਼ਿਆਦਾ ਪੈਸਾ ਆ। ਐਦਾਂ ਕੁਝ ਨਹੀਂ ਹੈ, ਸਭ ਕੁਝ ਸਾਡੀ ਇੰਡੀਆ ਦੇ ਵਿੱਚ ਹੈਗਾ, ਸਿਰਫ ਐਫਰਟਸ ਦੀ ਕਮੀ ਹੈ ਤੇ ਪੇਸ਼ੈਂਸ ਦੀ ਕਮੀ ਹੈ। ਜੋ ਪੇਸ਼ੈਂਸ ਸਾਡੀ ਨੌਜਵਾਨ ਪੀੜ੍ਹੀ ਆਉਣ ਵਾਲੇ ਸਮੇਂ ਦੇ ਵਿੱਚ ਗਵਾ ਰਹੀ ਆ, ਉਹ ਪੇਸ਼ੈਂਸ ਸਾਨੂੰ ਬਿਲਡ ਕਰਨ ਦੀ ਲੋੜ ਆ। ਬਾਹਰ ਜਾ ਕੇ ਵੀ ਅਸੀਂ ਕੋਈ ਵੱਡੇ ਅਹੁਦੇ ਉੱਤੇ ਤਾਂ ਕੰਮ ਕਰਦੇ ਨਹੀਂ ਆ, ਸਾਡੇ ਕੋਲ ਵੱਡੀਆਂ ਐਗਜ਼ਾਮਪਲਸ ਆ। ਉੱਥੇ ਜਾ ਕੇ ਕੋਈ ਬੱਚਾ ਰੈਸਟੋਰੈਂਟ 'ਚ ਕੰਮ ਕਰ ਰਿਹਾ, ਕੋਈ ਪੈਟਰੋਲ ਪੰਪ ਤੇ ਕੰਮ ਕਰ ਰਿਹਾ, ਕੋਈ ਸੜਕ ਦੇ ਉੱਤੋਂ ਬਰਫ਼ ਸਾਫ਼ ਕਰ ਰਿਹਾ। ਸੋ ਛੋਟੀਆਂ ਜੌਬਸ ਦੇ ਉੱਤੇ ਕੰਮ ਕਰ ਰਹੇ ਆ, ਪਰ ਉਹੀ ਐਫਰਟ ਜੇ ਆਪਾਂ ਆਪਣੀ ਕੰਟਰੀ ਦੇ ਵਿੱਚ, ਆਪਣੇ ਪੰਜਾਬ ਦੇ ਵਿੱਚ ਲਗਾਈਏ ਤਾਂ ਅਸੀਂ ਬਹੁਤ ਉੱਚੇ ਲੈਵਲ ਤੱਕ ਜਾ ਸਕਦੇ। ਇਹ ਮੇਰਾ ਮੰਨਣਾ ਆ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ। ਥੈਂਕ ਯੂ।